ਬਈ ਕੇਂਦਰ ਸਰਕਾਰ ਕਹਿੰਦੀ ਹੈ ਕਿ ਵੀ ਅਸੀਂ ਇਹ ਕਾਨੂੰਨ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਬਣਾਏ ਹੈ। ਤੁਸੀਂ ਕਿਸਾਨਾਂ ਨੂੰ ਕਮ ਸੇ ਕਮ 2-3 ਸਾਲ ਦੇਖਣ ਤਾਂ ਦਿਓ ਵੀ ਵਾਕਈ ਆਮਦਨ ਵੱਧਦੀ ਹੈ ਕਿ ਨਹੀਂ ਵੱਧਦੀ ਹੈ। ਤੁਸੀਂ ਪਹਿਲੇ ਹੀ ਹਲਾਲਾ ਕਰਤੀ ਵੀ ਜੀ ਇਹ ਤਾਂ ਨੁਕਸਾਨ ਕਰਨਗੇ ਜੀ, ਇਹ ਤਾਂ ਕਾਲੇ ਹੈ ਜੀ। ਵੀ ਕਾਲੇ ਹੈ ਤਾਂ ਕੋਈ ਕੁੰਡੀ ਕੱਢ ਕੇ ਤੇ ਦਿਖਾਓ ਕਿੱਥੋਂ ਕਾਲੇ ਹੈ ਕਿੱਥੋਂ ਚਿੱਟੇ ਹੈ। ਤੇ ਕਿਸਾਨ ਬੈਠੇ ਉਹਨਾਂ ਤੋਂ ਸਭ ਤੋਂ ਵੱਡਾ ਕਿਸਾਨ ਹੈ। ਮੈਂ 100 ਕਿੱਲੇ 'ਚ ਖੇਤੀ ਕਰਾਉਣਾ ਔਰ ਹਰ ਤਰ੍ਹਾਂ ਦੀ ਖੇਤੀ ਕਰਾਉਣਾ। ਮੈਨੂੰ ਪਤਾ ਹੈ ਕਿਸਾਨ ਅੱਜ ਕਿੱਥੇ ਫਸਿਆ ਹੋਇਆ ਹੈ। ਕਈ ਬਜ਼ੁਰਗਾਂ ਦੇ ਦਿਮਾਗ 'ਚ ਇਹ ਜੰਮ ਗਈ ਵੀ ਸਾਡੀ ਤਾਂ ਉਮਰ ਬਾਕੀ, ਅਸੀਂ ਤਾਂ ਕੱਟ ਲਈ 5 ਸਾਲ 10 ਸਾਲ ਰਹਿ ਗਈ, ਅਤੇ ਜ਼ਮੀਨਾਂ ਖੋਹ ਲਈਆਂ ਇਹਨਾਂ ਨੇ, ਤਾਂ ਫਿਰ ਸਾਡੇ ਬੱਚੇ ਕੀ ਕਰਨਗੇ। ਅਤੇ ਉਹ ਬੱਚਿਆਂ ਦੇ ਚੱਕਰ 'ਚ ਇਮੋਸ਼ਨਲ ਹੋ ਕੇ ਬੈਠ ਗਏ। ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕਾਨੂੰਨ ਇਸ ਤਰ੍ਹਾਂ ਦੇ ਨਹੀਂ ਬਣੇ। ਜ਼ਮੀਨ ਕਿਸੇ ਦੀ ਕੌਣ ਖੋ ਸਕਦਾ ਹੈ। ਕੰਟਰੈਕਟ ਫਾਰਮਿੰਗ ਦਾ ਮਤਲਬ ਜ਼ਮੀਨ ਦਾ ਸੌਦਾ ਨਹੀਂ ਹੈ। ਕੰਟਰੈਕਟ ਫਾਰਮਿੰਗ ਦਾ ਮਤਲਬ ਫਸਲ ਦਾ ਸੌਦਾ ਹੈ। ਤਾਂ ਜੀ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਜਿਹੜੀ ਤੁਸੀਂ ਸਾਡੀ ਗੱਲਬਾਤ ਦਾ ਦੌਰ ਹੈਗਾ 11 ਦੌਰ ਦੀ ਜਿਹੜੀ ਮੀਟਿੰਗ ਹੋ ਚੁੱਕੀ ਹੈ, ਵੀ ਤੁਸੀਂ ਇੱਕ ਹੋਰ ਮੀਟਿੰਗ ਰੱਖ ਲਓ, ਲੇਕਿਨ ਜਿਹੜੀ ਉਹ ਸਾਰੀ ਮੀਟਿੰਗ ਆ ਉਹਦੀ ਵੀਡੀਓ ਕਾਨਫਰੰਸਿੰਗ ਹੋਵੇ, ਲੋਕਾਂ ਤੱਕ ਉਹ ਪੂਰਾ ਮੈਸੇਜ ਜਾਵੇ ਕਿ ਅੰਦਰ ਕੀ ਗੱਲਬਾਤ ਹੋਈ ਆ, ਕਿੱਥੇ ਸਰਕਾਰ ਭੱਜ ਰਹੀ ਹੈ ਤੇ ਕਿੱਥੇ ਕਿਸਾਨ ਗਲਤ ਨੇ। ਇਹ ਐਵੇਂ ਨਾ ਲੋਕਾਂ ਨੂੰ ਬਰਗਲਾਉਣ ਵਾਸਤੇ ਕੋਈ ਨਾ ਕੋਈ ਰੋਜ਼ ਨਿੱਤ ਨਵੀਂ ਗੱਲ ਕੱਢ ਦਿੰਦੇ ਆ। ਉੱਥੇ ਇਹਨਾਂ ਨੂੰ ਕੋਈ ਪੁਲਿਸ ਪਕੜ ਕੇ ਲੈ ਗਈ ਸੀ। 11 ਮੀਟਿੰਗਾਂ ਦੇ ਅੰਦਰ ਪੁਲਿਸ ਹੁੰਦੀ ਹੈ ਜਿਹੜੀ ਇਹਨਾਂ ਨੂੰ ਬੋਲਣ ਨਹੀਂ ਦਿੰਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਤੇ ਤੁਹਾਡੇ ਨਾਲ ਮੈਂ ਹਾਂ ਹਾਜ਼ਰ ਹਰਦੀਪ ਕੌਰ ਵਿਰਕ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ, ਮੇਰੇ ਨਾਲ ਇਸ ਸਮੇਂ ਗੱਲਬਾਤ ਦੇ ਵਿੱਚ ਮੌਜੂਦ ਨੇ ਸੀਐਮ ਹਰਿਆਣਾ ਦੇ ਪ੍ਰਿੰਸੀਪਲ ਮੀਡੀਆ ਐਡਵਾਈਜ਼ਰ ਸ਼੍ਰੀ ਵਿਨੋਦ ਮਹਿਤਾ ਜੀ। ਅਸੀਂ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ ਹਾਂ, ਜਿਵੇਂ ਕਿ ਤੁਸੀਂ ਜਾਣਦੇ ਹੋ ਪਿਛਲੇ ਲੰਬੇ ਸਮੇਂ ਤੋਂ 8 ਮਹੀਨੇ ਹੋ ਗਏ ਨੇ ਕਿਸਾਨ ਜਿਹੜੇ ਨੇ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਹੋਏ ਨੇ ਤੇ ਅੰਦੋਲਨ ਲਗਾਤਾਰ ਚੱਲਦਾ ਜਾ ਰਿਹਾ ਹੈ। ਤੇ ਹੁਣ ਤਾਂ ਕਿਸਾਨਾਂ ਨੇ ਆਪਣੀ ਦਿੱਲੀ ਦੇ ਵਿੱਚ ਜਿਹੜੀ ਹੈਗੀ ਇੱਕ ਜਿਸ ਤਰੀਕੇ ਦੇ ਨਾਲ ਜੇ ਸੈਸ਼ਨ ਉੱਥੇ ਚੱਲ ਰਿਹਾ, ਅਲੱਗ ਉਹ ਸੈਸ਼ਨ ਵੀ ਚਲਾ ਰਹੇ ਨੇ। ਇਸ ਸਭ ਦੀ ਬਾਬਤ ਅਸੀਂ ਗੱਲਬਾਤ ਕਰਾਂਗੇ ਸ਼੍ਰੀ ਵਿਨੋਦ ਮਹਿਤਾ ਜੀ ਨਾਲ। ਸਰ ਵੈਲਕਮ ਜੀ। ਜੀ ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਸਰ। ਮੇਰਾ ਸਭ ਤੋਂ ਪਹਿਲਾ ਇਹ ਸਵਾਲ ਜਿਹੜਾ ਕਿ ਹਰ ਇੱਕ ਜਿਹੜੇ ਸਾਡੇ ਦੇਸ਼ ਦੇ ਜਿਹੜੇ ਬੱਚੇ ਦੀ ਜ਼ੁਬਾਨ ਤੇ ਇਹੀ ਹੈ ਕਿ ਕਿਸਾਨ ਅੰਦੋਲਨ ਚੱਲਦਾ ਜਾ ਰਿਹਾ, ਹੱਲ ਕੀ ਹੈ? ਹਾਲੇ ਤੱਕ ਜਿਹੜਾ ਹੈਗਾ ਕਿੰਨੀਆਂ ਜਿਹੜੀਆਂ 11 ਦੌਰ ਦੀ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਪਰ ਕਿਤੇ ਵੀ ਕੋਈ ਜਿਹੜਾ ਹੈਗਾ ਹੱਲ ਨਜ਼ਰ ਨਹੀਂ ਆ ਰਿਹਾ। 8 ਮਹੀਨੇ ਦੇ ਵਿੱਚ ਜਦੋਂ ਸਮਾਂ ਹੁੰਦਾ ਤੇ ਜਿਹੜੀ ਦੇਸ਼ ਦੀ ਇਕਨੋਮੀ ਆ ਉਹਦੇ 'ਤੇ ਵੀ ਇਹਦਾ ਇੱਕ ਵੱਡਾ ਅਸਰ ਪੈਂਦਾ। ਦੇਖੋ, ਤੁਸੀਂ ਵਾਰ-ਵਾਰ ਗੱਲ ਕਰਦੇ ਹੋ ਕਿ ਹੱਲ ਕੀ ਹੈ। ਹੱਲ ਉਹਦਾ ਹੁੰਦਾ ਹੈ ਜਿੱਥੇ ਸਮੱਸਿਆ ਹੋਵੇ। ਜਿੱਥੇ ਸਮੱਸਿਆ ਹੀ ਨਾ ਹੋਵੇ ਉਹਦਾ ਕੋਈ ਹੱਲ ਹੀ ਨਹੀਂ ਨਿਕਲ ਸਕਦਾ। ਬਈ ਕੇਂਦਰ ਸਰਕਾਰ ਕਹਿੰਦੀ ਹੈ ਕਿ ਵੀ ਅਸੀਂ ਇਹ ਕਾਨੂੰਨ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਬਣਾਏ ਹੈ। ਤੁਸੀਂ ਕਿਸਾਨਾਂ ਨੂੰ ਕਮ ਸੇ ਕਮ 2-3 ਸਾਲ ਦੇਖਣ ਤਾਂ ਦਿਓ ਵੀ ਵਾਕਈ ਆਮਦਨ ਵੱਧਦੀ ਹੈ ਕਿ ਨਹੀਂ ਵੱਧਦੀ ਹੈ। ਤੁਸੀਂ ਪਹਿਲੇ ਹੀ ਹਲਾਲਾ ਕਰਤੀ ਵੀ ਜੀ ਇਹ ਤਾਂ ਨੁਕਸਾਨ ਕਰਨਗੇ ਜੀ, ਇਹ ਤਾਂ ਕਾਲੇ ਹੈ ਜੀ। ਵੀ ਕਾਲੇ ਹੈ ਤਾਂ ਕੋਈ ਕੁੰਡੀ ਕੱਢ ਕੇ ਤੇ ਦਿਖਾਓ ਕਿੱਥੋਂ ਕਾਲੇ ਹੈ ਕਿੱਥੋਂ ਚਿੱਟੇ ਹੈ। ਤੁਸੀਂ ਪੁੱਛਿਆ ਵੀ ਇਹਦਾ ਹੱਲ ਕੀ ਹੋਏਗਾ। ਹੱਲ ਤਾਂ ਤਦੋਂ ਹੁੰਦਾ ਨਾ ਜੇ ਕੋਈ ਸਮੱਸਿਆ ਹੋਵੇ। ਵਾਰ-ਵਾਰ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਇਹ ਕਾਨੂੰਨ ਲੋਕਾਂ ਦੇ ਵਾਸਤੇ ਫਾਇਦੇ ਵਾਸਤੇ ਹੈਗੇ, ਤੁਸੀਂ ਇਹਨਾਂ ਨੂੰ ਅਜਮਾ ਕੇ ਦੇਖੋ। ਜੇ ਤੁਹਾਨੂੰ ਕੋਈ ਛੋਟੀ ਮੋਟੀ ਤੁਹਾਨੂੰ ਲੱਗਦਾ ਵੀ ਇਹਦੇ 'ਚ ਸੰਸ਼ੋਧਨ ਦੀ ਜ਼ਰੂਰਤ ਹੈ ਤੇ ਅਸੀਂ ਕਰਨ ਨੂੰ ਤਿਆਰ ਹਾਂ। ਮੰਨ ਲਓ ਜਿਵੇਂ ਮੇਰਾ ਆਪਣਾ ਇੱਕ ਤਜਰਬਾ, ਮੈਂ ਇਹਨਾਂ ਜਿੰਨੇ ਵੀ ਇੱਥੇ ਕਿਸਾਨ ਬੈਠੇ ਉਹਨਾਂ ਤੋਂ ਸਭ ਤੋਂ ਵੱਡਾ ਕਿਸਾਨ ਹਾਂ। ਮੈਂ 100 ਕਿੱਲੇ 'ਚ ਖੇਤੀ ਕਰਾਉਣਾ ਔਰ ਹਰ ਤਰ੍ਹਾਂ ਦੀ ਖੇਤੀ ਕਰਾਉਣਾ। ਮੈਨੂੰ ਪਤਾ ਹੈ ਕਿਸਾਨ ਅੱਜ ਕਿੱਥੇ ਫਸਿਆ ਹੋਇਆ ਹੈ। ਮਤਲਬ ਜੋ ਗੱਲ ਇਹ ਕਹਿ ਰਹੇ ਉੱਥੇ ਨਹੀਂ ਫਸਿਆ ਹੋਇਆ ਕਿਸਾਨ, ਤਾਂ ਕਿਤੇ ਹੋਰ ਫਸਿਆ ਹੋਇਆ। ਕਿਸਾਨ ਨੂੰ ਬਾਜ਼ਾਰ ਨਹੀਂ ਮਿਲ ਰਿਹਾ। ਜੇ ਉਹ ਸਬਜ਼ੀ ਦੀ ਵੱਡੀ ਖੇਤੀ ਕਰ ਲੈਂਦਾ ਹੈ ਤਾਂ ਉਹਦੇ ਆਪਣੇ ਨਜ਼ਦੀਕ ਦੀ ਮੰਡੀ 'ਚ ਭਾਅ ਨਹੀਂ ਮਿਲਦੇ। ਕੁਛ ਉਹਨੂੰ ਤੋਲੇ 'ਚ ਲੋਕ ਠੱਗੀ ਮਾਰ ਜਾਂਦੇ ਹੈ। ਕਿਸਾਨ ਤਾਂ ਇਨਪੁਟ ਕੋਸਟ ਜ਼ਿਆਦਾ ਹੈ। ਫੂਡ ਪ੍ਰੋਸੈਸਿੰਗ ਇੰਡਸਟਰੀ ਨਹੀਂ ਹੈ। ਜੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਨ ਲਓ ਕਿਸੇ ਪਿੰਡ 'ਚ ਮੰਨ ਲਓ ਪੇਠਾ ਲਾਉਣ ਦੀ ਲੋਕਾਂ ਨੇ ਲਾਤਾ, 100 ਕਿੱਲੇ ਲਾਤਾ, 200 ਕਿੱਲੇ ਲਾਤਾ, ਜ਼ਿਆਦਾ ਹੋ ਗਿਆ। ਉੱਥੇ ਖਪਤ ਨਹੀਂ ਹੈ, ਉਹਦਾ ਕੀ ਕਰੋਗੇ? ਜਦੋਂ ਉੱਥੇ ਅਗਰ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗ ਜਾਏ ਤਾਂ ਪੇਠਾ ਗਰੰਟੀ ਨਾਲ ਵਿਕੇਗਾ। ਤੁਹਾਡੇ ਪੰਜਾਬ ਵਿੱਚ ਆਲੂ ਅੱਜ ਗਰੰਟੀ ਨਾਲ ਕਿਉਂ ਵਿਕਦਾ ਹੈ? ਪੈਪਸੀ ਜਿਹੜੀ ਹੈ ਉਹ ਚਿਪਸ ਬਣਾਉਂਦੀ ਹੈ ਤੇ ਕਿਸਾਨ ਨੂੰ ਇਹ ਡਰ ਨਹੀਂ ਹੈ ਵੀ ਮੈਨੂੰ ਆਲੂ ਜਿਹੜਾ ਹੈ ਉਹ ਸੜਕ 'ਤੇ ਸੱਟਣਾ ਪਏਗਾ। 6 ਰੁਪਏ 7 ਰੁਪਏ ਉਹਦਾ ਰੇਟ ਫਿਕਸ ਹੈ। ਤੇ ਇਹ ਜਿਹੜੀ ਕੰਟਰੈਕਟ ਫਾਰਮਿੰਗ ਦਾ ਇਹਨਾਂ ਨੇ ਹੁਆ ਖਿੰਡਾਇਆ ਕਾਮਰੇਡਾਂ ਨੇ ਕਿ ਕੰਟਰੈਕਟ ਫਾਰਮਿੰਗ ਤੁਹਾਡੀ ਕਿਸਾਨਾਂ ਦੀ ਜ਼ਮੀਨ ਚਲੂਗੀ। ਕੰਟਰੈਕਟ ਫਾਰਮਿੰਗ ਜ਼ਮੀਨ ਨਾਲ ਨਹੀਂ ਹੁੰਦੀ। ਕੰਟਰੈਕਟ ਫਾਰਮਿੰਗ ਫਸਲ ਦੀ ਹੁੰਦੀ ਹੈ। ਜੇ ਅੱਜ ਮੈਂ ਇਹਨਾਂ ਨੂੰ ਉਲਟੀ ਗੱਲ ਕਰਦਾ, ਜੇ ਅੱਜ ਮੰਨ ਲਓ ਪੈਪਸੀ ਜਾਂ ਦੂਜੀ ਕੰਪਨੀਆਂ ਕਿਸਾਨ ਆਲੂ ਦੀ ਕੰਟਰੈਕਟ ਫਾਰਮਿੰਗ ਨਾ ਕਰਨ, ਖਰੀਦਣਾ ਬੰਦ ਕਰ ਦੇਣ, ਤੇ ਪੰਜਾਬ ਵਿੱਚ ਆਲੂ ਦੇ ਕਿਸਾਨ ਦਾ ਕੀ ਹਾਲ ਹੋਊਗਾ? ਆਲੂ ਵਿਕਣਾ ਹੀ ਨਹੀਂ, ਸੜਕਾਂ 'ਤੇ ਆ ਜਾਊਗਾ।
ਸਰ ਜਿਹੜੀ ਤੁਹਾਡੀ ਹੁਣ ਤੱਕ ਦੀ ਜਿਹੜੀ ਸਾਰੀ ਪ੍ਰਤੀਕਿਰਿਆ ਮੇਰੇ ਪਹਿਲੇ ਹੀ ਸਵਾਲ ਤੇ ਤੁਸੀਂ ਜਿਹੜੀ ਦਿੱਤੀ ਆ ਉਹਦੇ ਤੁਸੀਂ ਕਹਿੰਦੇ ਆ ਕਿ ਇਹ ਸਮੱਸਿਆ ਕੋਈ ਨਹੀਂ, ਸਮੱਸਿਆ ਹੱਲ ਉਹਦਾ ਨਿਕਲਦਾ ਜਿੱਥੇ ਕੋਈ ਸਮੱਸਿਆ ਹੋਵੇ। ਜੇ ਸਮੱਸਿਆ ਹੀ ਕੋਈ ਨਹੀਂ ਹੈ, ਕਿਸਾਨ ਇੰਨੀ ਵੱਡੀ ਪੱਧਰ ਤੇ ਬੈਠੇ ਹੋਏ ਨੇ, ਅੰਦੋਲਨ ਕਰ ਰਹੇ ਨੇ, 8 ਮਹੀਨੇ ਹੋ ਗਏ ਨੇ ਸਰ, ਕੀ ਜਿਹੜੀ ਸਰਕਾਰ ਆ ਇਸ ਮਾਮਲੇ ਦੇ ਵਿੱਚ ਫੇਲ ਹੋਈ ਹੈ ਕਿ ਉਹ ਆਪਣਾ ਜਿਹੜਾ ਮੈਸੇਜ ਸੀ ਕਿ ਨਹੀਂ ਇਹ ਤੁਹਾਡੇ ਹਿੱਤ ਵਿੱਚ ਨੇ ਉਹਨਾਂ ਤੱਕ ਪਹੁੰਚਾਉਣ ਦੇ ਵਿੱਚ ਅਸਫਲ ਰਹੀ ਹੈ? ਦੇਖੋ, ਇਹ ਰੋਲਾ ਜਿਹੜਾ ਹੈ ਮੇਰੇ ਹਿਸਾਬ ਨਾਲ ਬਿਲਕੁਲ ਰਾਜਨੀਤਿਕ ਰੋਲਾ ਹੈ। ਲੋਕ ਆਪਦੀ ਰਾਜਨੀਤਿਕ ਜ਼ਮੀਨ ਬਚਾਉਣ ਵਾਸਤੇ ਕੁਝ ਵਿਚਾਰਧਾਰਾ ਦੇ ਵਿਸ਼ੇਸ਼ ਤਰ੍ਹਾਂ ਦੇ ਵਿਚਾਰਧਾਰਾ ਦੇ ਲੋਕ ਜਿਹੜੇ ਹੈ ਉਹ ਕਿਸਾਨਾਂ ਨੂੰ ਧੱਕੇ ਨਾਲ ਬੰਨੀ ਫਿਰਦੇ ਹੈ। ਬਾਕੀ ਇਹਦੇ 'ਚ ਕੋਈ ਪੋਟੈਂਸ਼ੀਅਲ ਕੁਝ ਨਹੀਂ ਹੈ। ਮੈਂ ਤਾਂ ਇੱਕ ਚੀਜ਼ ਦਾ ਐਗਜ਼ਾਮਪਲ ਤੇ ਗੱਲ ਕਰਨ ਨੂੰ ਤਿਆਰ ਹਾਂ। ਇਹਨਾਂ ਨੇ ਕਿਹਾ ਜੀ MSP ਖਤਮ ਹੋ ਜੂਗੀ, 3 ਫਸਲਾਂ ਤਾਂ ਖਰੀਦ ਲਈਆਂ, ਇੱਕ ਨਵੇਂ ਕਾਨੂੰਨ ਬਣਨ ਤੋਂ ਬਾਅਦ ਹੁਣ ਤੀਜੀ ਫਸਲ ਖਰੀਦ ਲਈ, ਲੋਕਾਂ ਦੇ ਘਰ ਪੈਸੇ ਗਏ ਆ। ਪੰਜਾਬ ਵਾਲਿਆਂ ਨੇ, ਸਰਕਾਰ ਨੇ ਵੀ ਵਿਰੋਧ ਕੀਤਾ, ਕੇਂਦਰ ਨੇ ਕਿਹਾ ਕਿ ਨਾ ਪੈਸੇ ਤਾਂ DBT ਨਾਲ ਜਾਣਗੇ, ਸਿੱਧੇ ਜਾਣਗੇ। ਆਫਟਰ ਆਲ ਮੰਨਣਾ ਪਿਆ ਕਿਉਂਕਿ ਅਲਟੀਮੇਟਲੀ ਬਾਇਰ ਜਿਹੜੀ ਹੈ ਉਹ ਕੇਂਦਰ ਸਰਕਾਰ ਹੈ। ਪੈਸੇ ਗਏ ਲੋਕਾਂ ਦੇ ਘਰ 'ਚ। ਹਰਿਆਣਾ 'ਚ 9 ਫਸਲਾਂ ਖਰੀਦ ਰਹੇ ਹੈ, ਸਰਸੋਂ ਦੇ ਭਾਅ ਹੋ ਗਏ ਡੇਢੇ ਹੋ ਗਏ, 4600 ਰੁਪਏ ਸਮਰਥਨ ਮੁੱਲ ਹੈ ਲੋਕਾਂ ਦੇ ਘਰ, 6500 ਤੋਂ ਲੈ ਕੇ ਤੇ 7500 ਰੁਪਏ ਤੱਕ ਪੈਸੇ ਗਏ। ਸਾਡੇ ਹਰਿਆਣਾ 'ਚ ਤਾਂ ਲੋਕ ਕਹਿੰਦੇ ਜੀ ਆਪਣਾ ਵਟਕਟ ਤੇ ਮਨੋਹਰ ਲਾਲ ਨੇ ਬਾਜਰਾ ਵਿਕ ਗਿਆ 2250 ਰੁਪਏ, ਅਸੀਂ 1000 ਰੁਪਏ ਵੇਚਦੇ ਰਹੇ ਹਾਂ ਬਾਜਰਾ, ਪਸ਼ੂਆਂ ਨੂੰ ਪਾਉਂਦੇ ਸੀਗੇ, ਅੱਜ ਬਾਜਰਾ 2250 ਰੁਪਏ ਵਿਕ ਰਿਹਾ ਹੈਗਾ। ਤੇ MSP ਦੀ ਗੱਲ ਇਹਨਾਂ ਦੀ ਜਿਹੜੀ ਹੈ ਖਤਮ ਹੋ ਗਈ। ਕੰਟਰੈਕਟ ਫਾਰਮਿੰਗ 2004 ਤੋਂ ਹੋ ਰਹੀ ਹੈ ਪੰਜਾਬ 'ਚ। ਪੰਜਾਬ 'ਚ ਬਥੇਰੇ ਕਿਸਾਨ ਐਸੇ ਜਿਹੜੇ ਪੈਪਸੀ ਨੂੰ ਆਲੂ ਵੇਚਦੇ ਹੈ, ਬੇਬੀ ਕਾਰਨ ਏਅਰਟੈਲ ਵਾਲਿਆਂ ਨੂੰ ਵੇਚਦੇ ਹੈ, ਉਹਨਾਂ ਦੇ ਕਹਿਣੇ 'ਤੇ ਬੀਜਦੇ ਹੈ ਤੇ ਉਹਨਾਂ ਦੀ ਡਿਮਾਂਡ ਦੇ ਹਿਸਾਬ ਨਾਲ ਤਿਆਰ ਕਰਕੇ ਦੇ ਦਿੰਦੇ ਹੁੰਦੇ। ਕਿਸਾਨ ਨੂੰ ਗਰੰਟੀ ਮਿਲਦੀ ਹੈ ਪੈਸੇ ਦੀ ਵੀ ਮੈਂ ਘਰੋਂ ਗੱਡਾ ਭਰੂੰਗਾ ਤੇ ਫੈਕਟਰੀ ਰੱਖ ਕੇ ਆਪਦੇ ਪੈਸੇ ਗਿਣ ਕੇ ਆ ਜਾਊਂਗਾ। ਪਰ ਮੈਂ ਤਾਂ ਸਰ ਫੇਰ ਗੱਲ ਉਹੀ ਵਾਰ-ਵਾਰ ਆਉਂਦੀ ਹੈ ਕਿ ਜਦੋਂ ਪਹਿਲਾਂ ਤੋਂ ਹੀ ਕੰਟਰੈਕਟ ਫਾਰਮਿੰਗ ਚੱਲ ਰਹੀ ਹੈਗੀ, ਸਰਕਾਰ ਦਾ ਐਡਾ ਵੱਡਾ ਸੈਟਅਪ ਆ, ਅਸਫਲ ਕਿਉਂ ਆ ਸਰਕਾਰ ਕਿਸਾਨਾਂ ਤੱਕ, ਦੇਸ਼ ਦੇ ਲੋਕਾਂ ਤੱਕ? ਕਿਉਂਕਿ ਕਿਸਾਨਾਂ ਦੇ ਨਾਲ ਹੁਣ ਜਿਹੜੇ ਆਮ ਲੋਕ ਵੀ ਆ ਕੇ ਬੈਠੇ ਹੋਏ ਨੇ ਧਰਨਿਆਂ ਤੇ, ਸਰਕਾਰ ਅਸਫਲ ਕਿਉਂ ਆ ਕਿ ਉਹ ਆਮ ਲੋਕਾਂ ਤੱਕ, ਕਿਸਾਨਾਂ ਤੱਕ ਆਪਣੀ ਜਿਹੜੀ ਇਹ ਗੱਲ ਕਿਉਂ ਨਹੀਂ ਰੱਖ ਪਾ ਰਹੀ ਕਿ ਇਹ ਤੁਹਾਡੇ ਫਾਇਦੇ ਵਿੱਚ ਨੇ? 2014 'ਚ ਨਰਿੰਦਰ ਮੋਦੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਉਹ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਨੇ ਇੱਕੋ ਮਿਨਿਸਟਰੀ 'ਤੇ ਧਿਆਨ ਦਿੱਤਾ, ਫੂਡ ਪ੍ਰੋਸੈਸਿੰਗ ਇੰਡਸਟਰੀ। ਔਰ ਮਿਨਿਸਟਰੀ ਵੀ ਕਿਹਨੂੰ ਦਿੱਤੀ? ਸੁਖਬੀਰ ਬਾਦਲ ਦੀ ਘਰ ਵਾਲੀ ਨੂੰ, ਤਾਂ ਕਿ ਪੰਜਾਬ ਵਿੱਚ ਅਨਾਜ ਦਾ ਉਤਪਾਦਨ ਜ਼ਿਆਦਾ ਹੈ, ਹਰਿਆਣਾ 'ਚ ਅਨਾਜ ਦਾ ਉਤਪਾਦਨ ਜ਼ਿਆਦਾ ਹੈ ਤੇ ਮੈਡਮ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ ਪ੍ਰੋਸੈਸਿੰਗ ਯੂਨਿਟ ਲਗਵਾਵੇ। 10-10 ਕਰੋੜ ਰੁਪਏ ਸਬਸਿਡੀ ਦੇ ਰੱਖੀ ਹੈ ਕਿ 10 ਕਿੱਲਿਆਂ 'ਚ ਤੁਸੀਂ ਫੂਡ ਪ੍ਰੋਸੈਸਿੰਗ ਪਾਰਕ ਬਣਾਓ। ਜੇ ਤੁਸੀਂ ਸਬਸਿਡੀ ਦੀ ਲਿਸਟ ਦੇਖੋ, 50% ਆਫਰ ਹੈ ਸਬਸਿਡੀ ਦੀ ਕਿ ਤੁਸੀਂ ਫੂਡ ਪ੍ਰੋਸੈਸਿੰਗ ਲਾਓ। ਇਹ ਇੱਕ ਪ੍ਰਯਾਸ ਹੈ, ਕਿਸਾਨ ਨੂੰ ਅੱਗੇ ਵਧਾਉਣ ਦਾ ਪ੍ਰਯਾਸ ਹੈ। ਔਰ ਕੋਈ ਵੀ ਚੀਜ਼ ਬਦਲਾਵ ਹੈ ਨਾ, ਉਹ ਸਮੇਂ ਲੈਂਦਾ ਹੈ। ਬਦਲਾਵ ਕਦੀ ਇੱਕ ਰਾਤ 'ਚ ਨਹੀਂ ਹੋ ਜਾਂਦਾ। ਆਪਾਂ ਅੱਜ ਆਪਣੀ ਰਸੋਈ 'ਚ ਵੀ ਬਦਲਾਵ ਕਰਨਾ ਹੋਵੇ ਨਾ ਤੇ 1 ਘੰਟੇ ਦੇ ਕੰਮ 'ਚ 1 ਹਫ਼ਤਾ ਲੱਗ ਜਾਂਦਾ ਹੈ। ਤੇ ਤਾਂ ਦੇਸ਼ 'ਚ ਪੂਰਾ ਮਤਲਬ ਬਦਲਾਵ ਲਿਆਉਣਾ ਹੈ। ਇੱਕ ਟਾਈਮ ਐਸਾ ਸੀਗਾ ਅਸੀਂ ਅਨਾਜ ਪੈਦਾ ਨਹੀਂ ਕਰ ਸਕਦੇ ਸੀਗੇ, ਸਬਜ਼ੀਆਂ ਫਰੂਟ ਪੈਦਾ ਨਹੀਂ ਕਰ ਸਕਦੇ ਸੀ ਜਦੋਂ ਦੇਸ਼ ਆਜ਼ਾਦ ਹੋਇਆ। ਅੱਜ ਉਹ ਟਾਈਮ ਹੈ ਕਿ ਅਸੀਂ ਪੈਦਾ ਬਹੁਤ ਕਰ ਰਹੇ ਹਾਂ, ਉਹਨੂੰ ਖਪਾ ਨਹੀਂ ਪਾ ਰਹੇ। ਇਹ ਜਿਹੜੇ ਕਾਨੂੰਨ ਹੈ ਉਹਨੂੰ ਖਪਾ ਪਾਉਣ ਦਾ ਰਸਤਾ ਕੱਢਦੇ ਹੈ। ਠੀਕ ਹੈ, 10 ਸਾਲ ਲੱਗ ਜਾਣ, 15 ਸਾਲ ਲੱਗ ਜਾਣ, ਇਹ ਤਾਂ ਆਊਟਕਮ ਆਏਗਾ ਹੀ ਆਏਗਾ ਔਰ ਆ ਹੀ ਰਿਹਾ ਹੈ। ਐਸੀ ਕੋਈ ਦਿੱਕਤ ਨਹੀਂ ਹੈ। ਇਹ ਰਾਤੋਂ ਰਾਤ ਕਦੀ ਬਦਲਾਵ ਨਹੀਂ ਹੁੰਦੇ। ਤੁਸੀਂ 40-45 ਸਾਲ ਪਿੱਛੇ ਚਲੇ ਜਾਓ, ਜਦੋਂ ਹਿੰਦੁਸਤਾਨ 'ਚ ਕੰਪਿਊਟਰ ਲਿਆਉਣ ਦੀ ਕੋਸ਼ਿਸ਼ ਹੋਈ ਸੀ ਤੇ ਸਾਰੇ ਬੰਗਾਲ ਤੋਂ ਲੈ ਕੇ ਤੇ ਜਿੰਨਾ ਕਾਮਰੇਡ ਮੂਵਮੈਂਟ ਸੀ ਖੜਾ ਹੋ ਗਿਆ ਜੀ, ਦੇਸ਼ ਵਿੱਚ ਬੇਰੁਜ਼ਗਾਰੀ ਆ ਜਾਏਗੀ, ਇਹ ਕੰਪਿਊਟਰ ਨਹੀਂ ਆਉਣਾ ਚਾਹੀਦਾ। ਅੱਜ ਇਹ ਮੋਬਾਈਲ ਫੋਨ ਕੀ ਹੈਗਾ? ਇਹ ਕੰਪਿਊਟਰ ਹੀ ਤਾਂ ਹੈਗਾ ਤੇ ਲੋਕਾਂ ਦੀ ਲਾਈਫ ਲਾਈਨ ਬਣ ਗਈ। ਇਸੇ ਤਰ੍ਹਾਂ ਜਦੋਂ ਇਸ ਦੇਸ਼ 'ਚ ਫਾਰਮਰ ਪ੍ਰੋਟੈਕਟ ਹੋਏਗਾ, ਵਿਚੋਲੀਏ ਤੋਂ ਮੁਕਤ ਹੋਏਗਾ, ਫੂਡ ਪ੍ਰੋਸੈਸਿੰਗ ਦੀ ਇੰਡਸਟਰੀ ਉਹਦੇ ਨੇੜੇ ਲੱਗੀ ਹੋਊਗੀ, ਐਕਸਪੋਰਟ ਦੀ ਜਿਹੜੀ ਸੰਭਾਵਨਾਵਾਂ ਨੇ ਉਹ ਵਧਣਗੀਆਂ, ਏਅਰ ਕਨੈਕਟੀਵਿਟੀ ਵਧੇਗੀ, ਰੇਲ ਕਨੈਕਟੀਵਿਟੀ ਵਧੇਗੀ ਔਰ ਦੂਸਰੇ ਦੇਸ਼ਾਂ 'ਚ ਐਕਸਪੋਰਟ ਹੋਏਗਾ ਤੇ ਉਹ ਪੈਸੇ ਦਾ ਫਾਇਦਾ ਦੇਰ ਸਵੇਰ ਕਿਹਨੂੰ ਹੋਏਗਾ? ਜਿਹੜਾ ਉਤਪਾਦਕ ਹੈ। ਉਤਪਾਦਕ ਕੌਣ ਹੈ? ਉਤਪਾਦਕ ਕਿਸਾਨ ਹੈ। ਫਾਇਦਾ ਹੋਏਗਾ ਉਹਨੂੰ। ਫਿਰ ਉਹਨੂੰ ਛੂਟ ਦੇਤੀ ਵੀ ਤੂੰ ਖੁਦ ਵੀ ਕਰ ਲੈ। ਔਰ ਫਿਰ ਇੱਕ ਗੱਲ ਹੋਰ ਹੈ, ਮੈਂ ਅੱਜ ਤੁਹਾਨੂੰ ਤੁਹਾਡੇ ਮੰਚ 'ਤੇ ਦੱਸ ਰਿਹਾ ਕਿ ਸਾਡੇ ਦੇਸ਼ 'ਚ 38,000 ਕਰੋੜ ਰੁਪਏ ਦੀਆਂ ਸਬਜ਼ੀਆਂ ਤੇ ਫਲ ਖੇਤਾਂ 'ਚ ਹੀ ਵੇਸਟ ਹੋ ਜਾਂਦੇ ਹੈ ਕਿਉਂਕਿ ਕਿਸਾਨ ਕੋਲੋਂ ਨੇੜੇ ਕੋਲਡ ਚੇਨ ਨਹੀਂ ਹੈ, ਉਹਨੂੰ ਸੰਭਾਲ ਕੇ ਹਫ਼ਤਾ ਰੱਖਣ ਦਾ ਰਸਤਾ ਨਹੀਂ ਹੈ। ਔਰ ਦੂਜੇ ਪਾਸੇ 200 ਕੰਟਰੀ ਐਸੇ ਹੈ ਜਿਹੜੇ ਚਾਈਨਾ ਤੋਂ ਤੇ ਇੰਡੀਆ ਤੋਂ ਬਹੁਤ ਸਾਰੀ ਚੀਜ਼ਾਂ ਫੂਡ ਪ੍ਰੋਡਕਸ਼ਨ, ਫੂਡ ਨਾਲ ਰਿਲੇਟਡ ਬਹੁਤ ਸਾਰੇ ਪ੍ਰੋਡਕਟ ਉੱਥੇ ਡਿਮਾਂਡ ਹੈ, ਅਸੀਂ ਵੇਚ ਸਕਦੇ, ਅਸੀਂ ਡਿਮਾਂਡ ਪੂਰੀ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਜਿੰਨੀ ਫੈਸਿਲਿਟੀ
ਹੋਣੀ ਚਾਹੀਦੀ ਹੈ, ਉਹ ਫੈਸਿਲਿਟੀ ਅਵੇਲੇਬਲ ਨਹੀਂ ਹੈ। ਔਰ ਉਹ ਫੈਸਿਲਿਟੀ ਪ੍ਰਧਾਨ ਮੰਤਰੀ ਦੇ ਰਿਹਾ, ਔਰ ਉਹ ਤਿੰਨ ਕਾਨੂੰਨਾਂ ਦੇ ਵਿੱਚ ਵੀ ਇਹੀ ਪ੍ਰੋਟੈਕਸ਼ਨ ਹੈ। ਉਹ ਇਹ ਚਾਹੁੰਦਾ ਕਿ ਜਿਹੜੇ ਬੈਰੀਕੇਡ ਲੱਗੇ ਹੋਏ ਆ ਕਿਸਾਨ ਦੇ ਪੈਰ ਤੇ, ਬੇੜੀਆਂ ਕਾਂਗਰਸ ਦੇ ਟਾਈਮ ਦੀਆਂ ਪਾਈਆਂ ਹੋਈਆਂ, ਇਹ ਬੇੜੀਆਂ ਕੱਟ ਦਿਓ, ਲੋਕ ਆਪਣੇ ਆਪ ਐਕਸਪੋਰਟ ਕਰਨ, ਲੋਕ ਆਪਣੇ ਆਪ ਹਰ ਐਸਾ ਨਹੀਂ ਹੈ ਕਿ ਇਹਦੇ ਐਗਜ਼ਾਮਪਲ ਨਹੀਂ ਹੈ। ਤੁਹਾਡੇ ਪੰਜਾਬ ਦੇ ਬਹੁਤ ਸੇ ਲੋਕ ਜਿਹੜੇ ਹੈ ਉਹ ਲੰਦਨ ਵਿੱਚ ਰਹਿੰਦੇ ਆ, ਅਤੇ ਪੰਜਾਬ ਦਾ ਸਾਗ ਹਵਾਈ ਜਹਾਜ਼ 'ਤੇ ਜਾਂਦਾ, ਕਿਉਂਕਿ ਉਹਨਾਂ ਨੂੰ ਉੱਥੇ ਸਾਗ ਦੀ ਵੈਲਿਊ ਪਤਾ ਹੈ। ਉਹ ਡਾਲਰ ਵਿੱਚ ਵਿਕਦਾ ਹੈ, ਯੂਰੋ ਵਿੱਚ ਵਿਕਦਾ ਹੈ ਨਾ, ਉੱਥੇ ਦੀ ਕਰੰਸੀ 'ਚ ਵਿਕਦਾ ਹੈ। ਇੱਥੇ ਅਸੀਂ ਮੱਝਾਂ ਨੂੰ ਪਾ ਦਿੰਦੇ ਹਾਂ ਸਾਗ, ਜਦੋਂ ਵਾਧੂ ਹੋ ਜਾਂਦਾ ਹੈ, ਰੁਪਈਏ ਕਿਲੋ ਨਹੀਂ ਵਿਕਦਾ, ਅਤੇ ਉੱਥੇ ਵਿਕਦਾ $6 ਘੱਟੋ ਘੱਟ। $6 ਨੂੰ 75 ਰੁਪਏ ਨਾਲ ਗੁਣਾ ਕਰੋ, ਕਿੰਨੇ ਰੁਪਏ ਹੋ ਗਏ? $450 ਕਿਲੋ ਹੋ ਗਿਆ ਸਰਸੋਂ ਦਾ ਸਾਗ। ਜੇ ਸਾਰੇ ਪੰਜਾਬ ਦੇ ਕਿਸਾਨਾਂ ਦਾ ਰਸਤਾ ਖੁੱਲ੍ਹ ਜੇ ਤਾਂ ਪਤਾ ਲੱਗੇ ਵੀ 400 ਰੁਪਏ ਸਰਸੋਂ ਦਾ ਸਾਗ ਵਿਕਦਾ ਹੈ, ਅਤੇ ਪੱਖੋਂ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਵਧੇਗੀ। ਇਸੇ ਨਾਲ ਹੀ ਸਰ ਮੇਰਾ ਇੱਕ ਹੋਰ ਸਵਾਲ, ਜਿਹਦੇ ਵਿੱਚ ਮਾਨਸੂਨ ਸਤਰ ਚੱਲ ਰਿਹਾ ਦਿੱਲੀ ਦੇ ਵਿੱਚ, ਉੱਥੇ ਬਹੁਤ ਸਾਰੇ ਐਮਪੀਜ਼ ਨੇ ਜਿਹੜੀ ਆਪਣੀ ਆਵਾਜ਼ ਉਠਾਈ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਪਰਿਵਾਰ, ਜਿਹੜੇ ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਕੋਈ ਨਾ ਕੋਈ ਰਾਹਤ ਦਿੱਤੀ ਜਾਵੇ। ਬੀਜੇਪੀ ਦੀ ਸਰਕਾਰ ਕਹਿੰਦੀ ਹੈ ਕਿ ਕਿਸਾਨ ਕੋਈ ਸ਼ਹੀਦ ਹੀ ਨਹੀਂ ਹੋਇਆ, ਉਹਨਾਂ ਦੇ ਕੋਲ ਕੋਈ ਡਾਟਾ ਹੀ ਨਹੀਂ ਹੈ। ਦੇਖੋ, ਸ਼ਹੀਦੀ ਦਾ ਜਿਹੜੀ ਕੈਟੇਗਰੀ ਹੈ ਜਾਂ ਪੈਮਾਨਾ ਹੈ, ਉਹ ਕੀ ਹੋਣਾ ਚਾਹੀਦਾ ਹੈ? ਹੁਣ ਤੱਕ ਅਸੀਂ ਸ਼ਹੀਦ ਮੰਨਦੇ ਹਾਂ ਜਿਹੜੇ ਬਾਰਡਰ 'ਤੇ ਦੇਸ਼ ਵਾਸਤੇ ਲੜਦੇ ਹੋਏ ਸ਼ਹੀਦ ਹੋ ਗਏ। ਬਹੁਤ ਸਾਰੇ ਐਸੇ ਮੂਵਮੈਂਟ ਵੀ ਆਏ ਹੈ ਜਦੋਂ ਸਰਕਾਰਾਂ ਨੇ ਆਪਣਾ ਅੰਦੋਲਨਕਾਰੀਆਂ ਦੇ ਘਰਾਂ ਨੂੰ ਮੁਆਵਜ਼ਾ ਦਿੱਤਾ ਹੈ, ਲੇਕਿਨ ਇਸ ਕੇਸ ਵਿੱਚ ਕੋਈ ਅਥੈਂਟਿਕ ਕਲੇਮ ਹੈ ਨਹੀਂ, ਕਿਉਂਕਿ ਜਿੰਨੇ ਵੀ ਲੋਕ ਮਰੇ, ਬਲਕਿ ਸਰਕਾਰ ਦਾ ਸਵਾਲ ਇਹਨਾਂ ਤੋਂ ਉਲਟਾ ਹੈ ਵੀ ਤੁਹਾਨੂੰ ਸ਼ਰਮ ਨਹੀਂ ਆਈ? ਤੁਸੀਂ 80-80 ਸਾਲ ਦੇ ਬਜ਼ੁਰਗਾਂ ਨੂੰ ਲਿਆ ਕੇ ਉੱਥੇ ਠੰਡ 'ਚ ਵਿਛਾ ਛੱਡਿਆ, ਉਹਨਾਂ ਨੂੰ ਗਰਮ ਕਰਕੇ ਵੀ ਤੁਹਾਡੀ ਜ਼ਮੀਨਾਂ ਲੁੱਟੀਆਂ ਜਾਣੀਆਂ, ਭਰਮ ਫੈਲਾ ਕੇ, ਡਰ ਫੈਲਾ ਕੇ ਤੁਸੀਂ 80-80 ਸਾਲ ਦੇ ਬੰਦਿਆਂ ਨੂੰ ਲਿਆ ਕੇ ਉੱਥੇ ਬਿਠਾ ਦਿੱਤਾ। ਤੁਹਾਨੂੰ ਆਪ ਨਹੀਂ ਪਤਾ ਹੋਣਾ ਚਾਹੀਦਾ ਵੀ 0 ਡਿਗਰੀ ਤਾਪਮਾਨ ਵਿੱਚ, ਟੈਂਪਰੇਚਰ ਵਿੱਚ 80 ਸਾਲ ਦਾ ਬਜ਼ੁਰਗ ਕਿੰਨੇ ਦਿਨ ਚੱਲੂਗਾ? ਤੁਸੀਂ ਸਿਰਫ ਆਪ ਦਾ ਫਾਇਦਾ ਚੱਕਣ ਵਾਸਤੇ ਉਹਨਾਂ ਨੂੰ, ਬਜ਼ੁਰਗਾਂ ਨੂੰ ਬਿਠਾ ਦਿੱਤਾ। ਸਰਕਾਰ ਨੇ ਤਾਂ ਫਿਰ ਵੀ, ਚਲੋ ਹਰਿਆਣਾ ਨੇ ਤਾਂ ਫਿਰ ਵੀ ਹੱਥ ਜੋੜ ਕੇ ਇਹਨਾਂ ਦੇ ਉੱਥੇ ਡਾਕਟਰ ਲਾਏ, ਫੈਸਿਲਿਟੀ ਦਿੱਤੀ, ਵੀ ਕੈਂਪ ਲਾਏ ਵੀ ਤੁਸੀਂ ਇਹਨਾਂ ਦਾ ਸਰੀਰਕ ਨੁਕਸਾਨ ਨਾ ਹੋ, ਚਲੋ ਅੰਦੋਲਨ ਕਰਦੇ ਹੋ ਕਰੋ, ਕੋਈ ਬੰਦੇ ਨੂੰ ਬਿਮਾਰੀ ਨਾਲ ਜਾਂ ਠੰਡ ਨਾਲ ਨਹੀਂ ਮਰਨਾ ਚਾਹੀਦਾ। ਪਰ ਜਿਨ੍ਹਾਂ ਨੇ ਅੱਗ ਲਾਈ, ਗਰਮ ਕੀਤਾ, ਉਹਨਾਂ ਨੂੰ ਗਲਤ ਗੱਲ 'ਤੇ ਗਰਮ ਕੀਤਾ। ਇਨਸਾਨ ਹੈ, ਕਿਸਾਨ ਬੋੜਾ ਹੁੰਦਾ ਹੈ ਉਹ, ਮਤਲਬ ਮੈਨੂੰ ਤਾਂ ਇਹ ਬੜਾ ਸੈਂਟੀਮੈਂਟਲ ਜਿਹਾ ਇਸ਼ੂ ਲੱਗਿਆ ਕਿ ਕਈ ਬਜ਼ੁਰਗਾਂ ਦੇ ਦਿਮਾਗ 'ਚ ਇਹ ਜੰਮ ਗਈ ਵੀ ਸਾਡੀ ਤਾਂ ਉਮਰ ਬਾਕੀ, ਅਸੀਂ ਤਾਂ ਕੱਟ ਲਈ, 5 ਸਾਲ 10 ਸਾਲ ਰਹਿ ਗਈ, ਅਤੇ ਜ਼ਮੀਨਾਂ ਖੋਹ ਲਈਆਂ ਇਹਨਾਂ ਨੇ, ਤਾਂ ਫਿਰ ਸਾਡੇ ਬੱਚੇ ਕੀ ਕਰਨਗੇ? ਅਤੇ ਉਹ ਬੱਚਿਆਂ ਦੇ ਚੱਕਰ 'ਚ ਇਮੋਸ਼ਨਲ ਹੋ ਕੇ ਬੈਠ ਗਏ। ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕਾਨੂੰਨ ਇਸ ਤਰ੍ਹਾਂ ਦੇ ਨਹੀਂ ਬਣੇ। ਜ਼ਮੀਨ ਕਿਸੇ ਦੀ ਕੌਣ ਖੋ ਸਕਦਾ ਹੈ? ਕੰਟਰੈਕਟ ਫਾਰਮਿੰਗ ਦਾ ਮਤਲਬ ਜ਼ਮੀਨ ਦਾ ਸੌਦਾ ਨਹੀਂ ਹੈ। ਕੰਟਰੈਕਟ ਫਾਰਮਿੰਗ ਦਾ ਮਤਲਬ ਫਸਲ ਦਾ ਸੌਦਾ ਹੈ। ਤੁਸੀਂ ਜਿਹੜੀ ਫਸਲ ਬੀਜੀ ਹੈ, ਮੰਨ ਲਓ ਮੈਂ ਫੂਡ ਪ੍ਰੋਸੈਸਿੰਗ ਫੈਕਟਰੀ ਦਾ ਮਾਲਿਕ ਹਾਂ ਅਤੇ ਤੁਸੀਂ ਕਿਸਾਨ ਹੋ, ਅਤੇ ਮੈਂ ਤੁਹਾਡੀ ਫਸਲ ਖਰੀਦੂੰਗਾ, ਮੈਂ ਫਸਲ ਦਾ ਕੰਟਰੈਕਟ ਦੇਵਾਂਗਾ ਵੀ ਤੁਸੀਂ ਗੋਭੀ ਲਾਓ, ਮੈਂ 10 ਰੁਪਏ ਕਿਲੋ ਖਰੀਦੂੰ, ਮੈਂ ਤੁਹਾਡੀ ਜ਼ਮੀਨ ਦਾ ਕੰਟਰੈਕਟ ਨਹੀਂ ਕਰਾਂਗਾ। ਅਤੇ ਲੋਕਾਂ ਨੂੰ ਜਿਹੜਾ ਨੇ ਭਰਮ ਫੈਲਾਇਆ, ਸਜ਼ਾ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਪਰ ਸਰ ਫਿਰ ਵਾਰ-ਵਾਰ ਉਹੀ ਕੁਐਸਚਨ ਆਉਂਦਾ ਹੈ ਕਿ ਹੱਲ ਕੀ ਹੈ? ਹੱਲ ਤਾਂ ਕੋਈ ਨਿਕਲ ਨਹੀਂ ਰਿਹਾ। ਇੱਕ ਪਾਸੇ ਬੀਜੇਪੀ ਦੀ ਸਰਕਾਰ ਆ, ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿਸਾਨਾਂ ਦੇ ਹਿੱਤ ਵਿੱਚ ਆ, ਕਿਸਾਨ ਕਹਿੰਦੇ ਸਾਡੇ ਹਿੱਤ ਦੇ ਵਿੱਚ ਇਹ ਨਹੀਂ ਹੈਗੇ, ਉਹ ਆਪਣੀ ਜਿੱਦ ਤੇ ਅੜੇ ਹੋਏ ਨੇ। ਤੇ ਜਿੱਦ ਕਰਨ ਨਾਲ ਕੋਈ ਦੇਸ਼ ਨਹੀਂ ਚੱਲਦਾ। ਹੱਲ ਨਿਕਲੇਗਾ ਆਪਣੇ ਆਪ, ਹੱਲ ਨਿਕਲੇਗਾ ਜਦੋਂ ਹੋਰ ਸਾਲ ਲੋਕਾਂ ਨੂੰ, ਇਹਨਾਂ ਨੇ ਕਿਹਾ ਜੀ MSP ਨਹੀਂ ਮਿਲ ਰਹੀ, ਦਲਦਲੇ ਨਾਲ ਬੈਂਕ 'ਚ ਪੈਸੇ ਜਾਣਗੇ। ਇਹਨਾਂ ਨੇ ਕਿਹਾ ਜੀ ਮੰਡੀਆਂ ਖਤਮ ਹੋ ਜਾਣਗੀਆਂ, ਮੰਡੀਆਂ ਵੀ ਚੱਲਣਗੀਆਂ, ਅਤੇ ਵਿਚੋਲੀਆ ਵੀ ਥੋੜ੍ਹਾ ਕਰੈਕਸ਼ਨ ਆਏਗਾ, ਅਤੇ ਲੋਕਾਂ ਦੀ ਜਦੋਂ ਆਮਦਨ ਵਧੇਗੀ ਤਾਂ ਹੱਲ ਕਿਸਾਨ ਆਪੇ ਕੱਢ ਲੈਣਗੇ। ਜਿਹੜੇ ਕਿਸਾਨ ਇਹਨਾਂ ਦੀਆਂ ਗੱਲਾਂ ਜਾ ਕੇ ਇਹਨਾਂ ਨਾਲ ਪੁੱਠੇ, ਇਹਨਾਂ ਦੇ ਨਾਲ ਲੱਗੇ ਰਹੇ, ਉਹੀ ਕਿਸਾਨ ਇਹਨਾਂ ਨੂੰ ਪੁੱਠਾ ਲੰਬਾ ਕਰਨਗੇ। ਮੈਂ ਤੁਹਾਨੂੰ ਅੱਜ ਦੱਸ ਰਿਹਾ, ਇਹ ਸਾਰੀ ਜਦੋਂ ਜਿਹੜੀ ਚੀਜ਼ਾਂ ਇਹਨਾਂ ਨੇ ਖੜੀਆਂ ਕੀਤੀਆਂ, ਉਹ ਸਾਰੀਆਂ ਚੀਜ਼ਾਂ ਇਹਨਾਂ ਦੀ ਫੇਲ ਹੋ ਰਹੀਆਂ, ਐਕਸਪੋਜ਼ ਹੋ ਰਹੀਆਂ। ਉਹੀ ਕਿਸਾਨ ਜਿਹੜੇ ਇਹਨਾਂ ਦੇ ਮਗਰ ਖੜੇ ਹੈ, ਉਹੀ ਕਿਸਾਨ ਇਹਨਾਂ ਨੂੰ ਪੁੱਠਾ ਪਿੰਡ 'ਚ ਉਲਟੀ ਮਾਲਾ ਪਹਿਲਾ ਕੇ ਵਾਪਸ ਭੇਜਣਗੇ। ਮੈਂ ਤਾਂ ਜੀ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਜਿਹੜੀ ਤੁਸੀਂ ਸਾਡੀ ਗੱਲਬਾਤ ਦਾ ਦੌਰ ਹੈਗਾ, 11 ਦੌਰ ਦੀ ਜਿਹੜੀ ਮੀਟਿੰਗ ਹੋ ਚੁੱਕੀ ਹੈ, ਵੀ ਤੁਸੀਂ ਇੱਕ ਹੋਰ ਮੀਟਿੰਗ ਰੱਖ ਲਓ, ਲੇਕਿਨ ਜਿਹੜੀ ਉਹ ਸਾਰੀ ਮੀਟਿੰਗ ਆ ਉਹਦੀ ਵੀਡੀਓ ਕਾਨਫਰੰਸਿੰਗ ਹੋਵੇ, ਲੋਕਾਂ ਤੱਕ ਉਹ ਪੂਰਾ ਮੈਸੇਜ ਜਾਵੇ ਕਿ ਅੰਦਰ ਕੀ ਗੱਲਬਾਤ ਹੋਈ ਆ, ਕਿੱਥੇ ਸਰਕਾਰ ਭੱਜ ਰਹੀ ਹੈ ਅਤੇ ਕਿੱਥੇ ਕਿਸਾਨ ਗਲਤ ਨੇ। ਗੱਲ ਸੁਣੋ, ਇਹ ਐਵੇਂ ਨਾ ਲੋਕਾਂ ਨੂੰ ਬਰਗਲਾਉਣ ਵਾਸਤੇ ਕੋਈ ਨਾ ਕੋਈ ਰੋਜ਼ ਨਿਤ ਨਵੀਂ ਗੱਲ ਕੱਢ ਦਿੰਦੇ ਆ। ਉੱਥੇ ਇਹਨਾਂ ਨੂੰ ਕੋਈ ਪੁਲਿਸ ਪਕੜ ਕੇ ਲੈ ਗਈ ਸੀ 11 ਮੀਟਿੰਗਾਂ ਦੇ ਅੰਦਰ। ਪੁਲਿਸ ਹੁੰਦੀ ਹੈ ਜਿਹੜੀ ਇਹਨਾਂ ਨੂੰ ਬੋਲਣ ਨਹੀਂ ਦਿੰਦੇ। ਕੋਈ ਸਰਕਾਰ ਨੇ ਕਿਸੇ ਗੱਲ 'ਚ ਮਨਾ ਕੀਤਾ ਹੈਗਾ ਵੀ ਅਸੀਂ ਤੁਹਾਡੀ ਗੱਲ ਨਹੀਂ ਸੁਣਦੇ? ਸਰਕਾਰ ਇਹਨਾਂ ਨੂੰ ਰੋਜ਼ ਕੋਈ ਨਾ ਕੋਈ ਨਵਾਂ ਰਸਤਾ ਕੱਢਦੇ ਆ ਬਰਗਲਾਉਣ ਵਾਸਤੇ, ਹੋਰ ਕੋਈ ਕਹਾਣੀ ਨਹੀਂ ਜੀ। ਇਸੇ ਨਾਲ ਹੀ ਸਰ ਇੱਕ ਹੋਰ ਬਹੁਤ ਜਿਹੜਾ ਅਹਿਮ ਸਵਾਲ ਆ ਤੁਹਾਡੇ ਤੋਂ ਲੈਣਾ ਚਾਹਾਂਗੀ, ਕਿਉਂਕਿ 15 ਅਗਸਤ ਆ ਰਹੀ ਹੈ ਅਤੇ 15 ਅਗਸਤ
ਮਿਹਨਤ ਕਰ ਰਹੇ ਹਾਂ। ਗੱਲਬਾਤ ਕੀਤੀ ਗਈ ਸੀ, ਕਹਿੰਦੇ ਸੀ ਕੁਝ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਹੈਗਾ ਝੰਡਾ ਨਹੀਂ ਜਿਹੜਾ ਲਹਿਰਾਉਣ ਦਿੱਤਾ ਜਾਵੇਗਾ, ਤੇ ਭਾਰਤੀ ਕਿਸਾਨ ਯੂਨੀਅਨ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਉਹ ਕਹਿੰਦੇ ਕਿ ਸਾਡਾ ਜਿਹੜਾ ਜਸ਼ਨਾਂ ਦਾ ਦਿਹਾੜਾ ਹੈ ਤੇ ਅਸੀਂ ਤਾਂ ਝੰਡਾ ਲਹਿਰਾਵਾਂਗੇ। ਤੁਹਾਨੂੰ ਲੱਗਦਾ ਨਹੀਂ ਕਿ ਐਸੇ ਦੇ ਵਿੱਚ ਜਿਹੜੇ ਨੇ ਹਾਲਾਤ ਚਿੰਤਾਜਨਕ ਬਣ ਸਕਦੇ ਨੇ ਹਰਿਆਣਾ ਦੇ ਵਿੱਚ? ਜਿਹੜੇ ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਹੈ, ਮੈਂ ਤਾਂ ਉਹਨਾਂ ਨੂੰ ਮੰਨਦਾ ਹੀ ਨਹੀਂ ਕਿ ਉਹ ਕਿਸਾਨਾਂ ਦੇ ਹਿੱਤ ਵਾਸਤੇ ਕੋਈ ਅੰਦੋਲਨ ਕਰ ਰਹੇ। ਉਹਨਾਂ ਦਾ ਵਖੇੜਾ ਖੜਾ ਕਰਨਾ ਹੈ, ਔਰ ਵਖੇੜਾ ਕਰਨ ਵਾਲਿਆਂ ਦੇ ਖੜਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਆਪਣਾ ਕਾਰਵਾਈ ਕਰਨੀ ਚਾਹੀਦੀ ਹੈ। ਤੇ ਇਹ ਰਾਸ਼ਟਰੀ ਪਰਵ ਹੈ, ਪੂਰੀ ਦੁਨੀਆ ਦੇਖਦੀ ਹੈ, ਉਸ ਦੇ ਭਾਰਤ ਦੀ ਸ਼ਾਨ ਦਾ ਪਰਵ ਹੈ, ਇਹਨੂੰ ਕੌਣ ਡਿਸਟਰਬ ਕਰ ਸਕਦਾ ਹੈ? ਇਸ ਦੇ ਨਾਲ ਹੀ ਸਰ ਕੱਲ੍ਹ ਦੀ ਪੰਜਾਬ ਦੇ ਨਾਲ ਰਿਲੇਟਡ, ਪੂਰੇ ਦੇਸ਼ ਦੇ ਨਾਲ ਰਿਲੇਟਡ ਮਸਲਾ ਹੋ ਜਾਂਦਾ ਕਿਉਂਕਿ ਹਿਮਾਚਲ ਦੇ ਸੀਐਮ ਰਾਮ ਠਾਕੁਰ ਦੇ ਬਾਰੇ ਜਿਹੜਾ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ ਉਹਨਾਂ ਨੂੰ ਉਹ ਝੰਡਾ ਨਹੀਂ ਫਹਿਰਾਉਣ ਦੇਣਗੇ, ਕਿਸਾਨ ਜਥੇਬੰਦੀਆਂ ਆਪ ਫਹਿਰਾਉਣ। ਕਿੱਦਾਂ ਦੇਖਦੇ ਹੋ? ਦੇਖੋ, ਮੈਂ ਖਬਰ ਸਿਰਫ ਅਖਬਾਰ 'ਚ ਪੜ੍ਹੀ ਹੈ, ਮੇਰੇ ਕੋਲ ਇਹਦੀ ਕੋਈ ਵੈਰੀਫਾਈਡ ਨਿਊਜ਼ ਨਹੀਂ ਹੈ। ਕਈ ਵਾਰੀ ਕੀ ਹੁੰਦਾ ਕਿ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ, ਕੁਝ ਖਬਰਾਂ ਪਲਾਂਟ ਹੋ ਜਾਂਦੀਆਂ ਹੈ, ਉਹਦਾ ਕੋਈ ਰਿਐਕਸ਼ਨ ਵੀ ਕੋਈ ਦੇ ਦਿੰਦਾ ਹੈ, ਬਟ ਮੇਰੇ ਕੋਲ ਇਹਦੀ ਕੋਈ ਵੈਰੀਫਾਈਡ ਜਾਣਕਾਰੀ ਨਹੀਂ ਹੈ, ਇਸ ਵਾਸਤੇ ਮੈਂ ਇਹਦੇ 'ਤੇ ਕੋਈ ਕਮੈਂਟ ਕਰਾਂਗਾ ਨਹੀਂ। ਅਖੀਰ ਦੇ ਵਿੱਚ ਸਰ ਇੱਕ ਕਾਫੀ ਇਸ ਤਰੀਕੇ ਦੀਆਂ ਜਿਹੜੇ ਸਵਾਲ ਲੈਣੇ, ਤੇ ਪਰ ਇੱਕ ਚੰਗਾ ਸਵਾਲ ਤੁਹਾਡੇ ਨਾਲ ਕਰਨਾ ਚਾਹਾਂਗੀ ਸਾਂਝਾ, ਕਿਉਂਕਿ ਧੰਨਵਾਦ ਵੀ ਕਰਨਾ ਚਾਹਾਂਗੀ ਮੈਂ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ, ਖਾਸ ਤੌਰ ਤੇ ਪੰਜਾਬੀ ਕਮਿਊਨਿਟੀ ਦੇ ਨਾਲ ਜੁੜੇ ਹੋਏ ਜਿਹੜੇ ਸਾਰਾ ਪੱਤਰਕਾਰ ਭਾਈਚਾਰਾ ਜਿਹੜਾ ਹਰਿਆਣੇ ਦੇ ਲਈ ਕੰਮ ਕਰ ਰਿਹਾ। ਜੋ ਸਵਸਥ ਬੀਮਾ ਯੋਜਨਾ ਜਿਹੜਾ ਹੈਗਾ ਸੀਐਮ ਖੱਟਰ ਸਾਹਿਬ ਨੇ ਲਿਆਂਦੀ ਹੈ, ਉਹਦੇ ਲਈ ਤਹਿ ਦਿਲੋਂ ਆਭਾਰ। ਪਰ ਇਸ ਦੇ ਨਾਲ ਹੀ ਸਰ ਇਹਨੂੰ ਥੋੜ੍ਹਾ ਜਿਹਾ ਜਿਹੜੇ ਲੋਕਾਂ ਨੂੰ ਇਹਦੇ ਬਾਰੇ ਪ੍ਰੋਪਰ ਨਹੀਂ ਪਤਾ, ਕਿਉਂਕਿ ਕਿਹਾ ਗਿਆ ਹੈ ਕਿ ਇਹ ਕਰਮਚਾਰੀਆਂ ਦੀ ਤਰਜ਼ ਦੇ ਉੱਤੇ ਸਾਰੀਆਂ ਜਿਹੜੀਆਂ ਸੁਵਿਧਾਵਾਂ ਮਿਲਣਗੀਆਂ, ਇਹ ਸਰ ਜਿਹੜੀਆਂ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਸਿੰਗਲ ਰਿਪੋਰਟਰ ਲਈ ਹੋਣਗੀਆਂ ਜਾਂ ਪੂਰੀ ਫੈਮਿਲੀ ਦੇ ਵਾਸਤੇ? ਦੇਖੋ, ਇਹਦੀ ਹਾਲੀ ਮੈਨੂੰ ਵੀ ਕਲੈਰਿਟੀ ਨਹੀਂ ਹੈ। ਮੈਂ ਵੈਸੇ ਤੁਹਾਨੂੰ ਦੱਸ ਦਿੰਦਾ ਕਿ ਪਹਿਲੇ ਇੱਕ ਜਿਹੜੀ ਯੋਜਨਾ ਬਣੀ ਸੀ ਸਰਕਾਰ ਦੀ ਕਿ ਪੱਤਰਕਾਰਾਂ ਨੂੰ ਆਯੁਸ਼ਮਾਨ ਭਾਰਤ ਦੀ ਯੋਜਨਾ 'ਚ ਕਵਰ ਕਰਾਂਗੇ। ਇਹ ਕਮਿਟਮੈਂਟ ਇਹ ਸੀਐਮ ਸਾਹਿਬ ਨੇ ਅਨਾਉਂਸ ਕਰਤਾ। ਬਾਅਦ ਵਿੱਚ ਜਦੋਂ ਵੈਰੀਫਾਈ ਕੀਤਾ ਵੀ ਇਹ ਜਿਹੜੀ ਆਯੁਸ਼ਮਾਨ ਭਾਰਤ ਹੈ ਤਾਂ 1,80,000 ਦੀ ਆਮਦਨ ਵਾਲੀ ਫੈਮਿਲੀ ਹੀ ਇਹਦੇ 'ਚ ਕਵਰ ਹੁੰਦੀ ਹੈ, ਯਾਨੀ ਕਿ ਵੀਕਰ ਸੈਕਸ਼ਨ ਕਵਰ ਹੁੰਦਾ ਹੈ, BPL ਕਵਰ ਹੁੰਦਾ ਹੈ। ਤੇ ਪੱਤਰਕਾਰਾਂ ਦੀ ਤਾਂ ਕਈਆਂ ਦੀ ਤਨਖਾਹ ਹੀ 2-2 ਲੱਖ ਰੁਪਏ ਮਹੀਨੇ ਦੀ ਹੈ, ਤੇ ਉਹ ਕਿੱਥੋਂ ਇਹਦੇ 'ਚ ਕਵਰ ਹੋ ਹੀ ਨਹੀਂ ਸਕਦੇ ਸੀਗੇ, ਤੇ ਫਿਰ ਉਹਦੇ 'ਚ ਰੌਲਾ ਹੀ ਪੈਣਾ ਸੀਗਾ। ਜੇ ਉਹ ਕ੍ਰਾਈਟੇਰੀਆ ਭਾਰਤ ਸਰਕਾਰ ਦੀ ਯੋਜਨਾ ਹੈ। ਫਿਰ ਇਹ ਸੀਐਮ ਸਾਹਿਬ ਨੇ ਰਸਤਾ ਕੱਢਿਆ ਵੀ ਤੁਸੀਂ ਇਹਨਾਂ ਨੂੰ ਜਿਹੜੀ ਜਿਸ ਤਰ੍ਹਾਂ ਅਸੀਂ ਆਪਣੇ ਕਰਮਚਾਰੀਆਂ ਨੂੰ ਫੈਸਿਲਿਟੀ ਦਿੰਦੇ ਹਾਂ, ਉਸੇ ਲੈਵਲ 'ਤੇ ਇਹਨਾਂ ਨੂੰ ਫੈਸਿਲਿਟੀ ਦੇ ਦੇਣੀ ਚਾਹੀਦੀ ਹੈ। ਇਹ ਹੁਣ ਜਿਹੜੀ ਤੁਸੀਂ ਗੱਲ ਪੁੱਛੀ ਕਿ ਫੈਮਿਲੀ ਹੋਏਗੀ ਜਾਂ ਸਿੰਗਲ ਹੋਏਗਾ, ਇਹ ਜਦੋਂ ਪ੍ਰਪੋਜ਼ਲ ਬਣ ਕੇ ਆਏਗੀ ਉਦੋਂ ਪਤਾ ਲੱਗੂਗਾ। ਬਾਕੀ ਵੈਸੇ ਜਿਹੜਾ ਇੱਕ ਰੂਟੀਨ ਹੈ ਉਹ ਹੈ ਕਿ ਵਰਕਿੰਗ ਜਰਨਲਿਸਟ ਜਿਹੜਾ ਸੜਕ 'ਤੇ ਆ ਕੇ ਕੰਮ ਕਰ ਰਿਹਾ ਉਹ ਕਵਰ ਹੁੰਦਾ ਹੈ ਵੈਸੇ। ਬਾਕੀ ਕੋਈ ਲਿਬਰਲ ਐਟੀਟਿਊਡ ਰੱਖਿਆ ਜਾਵੇ, ਇਹਦੇ ਕੋਈ ਜ਼ਿਆਦਾ ਐਕਸਪੈਂਸਿਵ ਨਹੀਂ ਹੋਇਆ ਤਾਂ ਫਿਰ ਵਿਚਾਰ ਵੀ ਕੀਤਾ ਜਾ ਸਕਦਾ। ਬਟ ਫੈਮਲੀਜ਼ ਦਾ ਨਾ ਸਟੇਟ ਦੇ ਖਜ਼ਾਨੇ 'ਤੇ ਬਹੁਤ ਜ਼ਿਆਦਾ ਵਜ਼ਨ ਪੈ ਸਕਦਾ ਹੈ, ਕੋਈ ਲਿਮਿਟੇਸ਼ਨ ਨਹੀਂ ਹੈ ਨਾ ਇਸ ਚੀਜ਼ ਦੀ। ਸਰ ਜਾਂਦੇ ਇੱਕ ਹੋਰ ਅਹਿਮ ਸਵਾਲ, ਖੇਲ ਗ੍ਰੇਡਿੰਗ ਦੇ ਵਿੱਚ ਜਿਹੜੇ ਹੈਗਾ ਡੁਪਲੀਕੇਟ ਸਰਟੀਫਿਕੇਟ ਹਰਿਆਣਾ ਦੇ ਵਿੱਚ ਜਿਹੜੇ ਕਾਫੀ ਫੜੇ ਗਏ ਨੇ ਪਿਛਲੇ ਦਿਨੀ, ਤੇ ਇਸ ਤੋਂ ਪਹਿਲਾਂ ਦੀ ਵੀ ਜੇ ਗੱਲ ਕਰ ਗਏ ਤਾਂ ਆਪਾਂ 10 ਸਾਲ ਚੌਟਾਲਾ ਜੀ, OP ਚੌਟਾਲਾ ਜੀ ਜਿਹੜੇ ਇਸ ਸੰਬੰਧ ਦੇ ਵਿੱਚ ਹੀ ਗਏ ਨੇ ਅੰਦਰ, ਤੇ ਕੀ ਪ੍ਰਤੀਕਿਰਿਆ ਜੀ? ਇਸ ਤਰੀਕੇ ਦੇ ਘੁਟਾਲੇ ਜਿਹੜੇ ਅਕਸਰ ਹਰਿਆਣਾ ਦੇ ਵਿੱਚ ਕਿਉਂ ਆਉਂਦੇ ਨੇ? ਦੇਖੋ, ਸਾਡੀ ਸਰਕਾਰ ਆਉਣ ਤੋਂ ਪਹਿਲੇ ਖੇਲ ਹੀ ਹੁੰਦੇ ਸੀ, ਅਤੇ ਹਰ ਤਰ੍ਹਾਂ ਦਾ ਖੇਲ ਹੁੰਦਾ ਸੀਗਾ। ਡੁਪਲੀਕੇਸੀ ਤੋਂ ਲੈ ਕੇ ਤੇ ਬਿਨਾਂ ਮੈਰਿਟ ਤੋਂ ਨੌਕਰੀ ਤੱਕ ਖੇਲ ਹੀ ਖੇਲ ਹੁੰਦੇ ਸੀਗੇ। ਇਹ ਤਾਂ ਮਾਨਨੀय ਮਨੋਹਰ ਲਾਲ ਜੀ ਨੇ ਆ ਕੇ ਬਿਨਾਂ ਕਰਚੀ, ਬਿਨਾਂ ਪਰਚੀ, ਬਿਨਾਂ ਖੇਲ ਸਾਰੀ ਚੀਜ਼ਾਂ ਸ਼ੁਰੂ ਕੀਤੀਆਂ। ਹੁਣ ਜਿਹੜੀ ਨਵੀਂ ਰਿਕਰੂਟਮੈਂਟ ਹੋ ਰਹੀ ਹੈ ਉਹਦੀ ਤਾਂ ਹਰ ਚੀਜ਼ ਪ੍ਰੋਪਰ ਵੈਰੀਫਾਈ ਹੁੰਦੀ ਹੈ, ਔਰ ਜਿਹੜੀ ਵੈਸਟਿਡ ਇੰਟਰਸਟ ਵਾਲੇ ਲੋਕ ਹੈ ਜਿਨ੍ਹਾਂ ਨੇ ਪਹਿਲੇ ਖੇਲ ਦੇ ਨਾਮ 'ਤੇ ਵੀ ਦੂਜੇ ਦਾ ਹੱਕ ਮਾਰਿਆ, ਉਹਨਾਂ ਨੂੰ ਖੱਟਰ ਮਾੜਾ ਲੱਗਦਾ ਹੈ। ਉਹ ਕਹਿੰਦੇ ਜੀ ਇਹ ਤਾਂ ਖਿਲਾੜੀਆਂ ਨੂੰ ਸਪੋਰਟ ਨਹੀਂ ਕਰ ਰਹੇ, ਇਹ ਨਹੀਂ ਕਰ ਰਹੇ। ਉਹ ਤੁਸੀਂ ਸਪੋਰਟ ਕਿਉਂ ਕਰ ਰਹੇ? ਸਿਸਟਮ ਨੂੰ ਠੀਕ ਕਰ ਰਹੇ। ਜਿਹੜੀ ਖਿਲਾੜੀ ਦੇ ਨਾਮ 'ਤੇ ਵੀ ਲੁੱਟ ਖਸੂਟ ਹੁੰਦੀ ਸੀਗੀ, ਕੋਈ ਨਕਲੀ ਚੰਦਾ ਲੈ ਗਿਆ, ਆਪਣਾ ਨਕਲੀ ਇਨਾਮ ਲੈ ਗਿਆ, ਕੋਈ ਨਕਲੀ ਸਰਟੀਫਿਕੇਟ ਲੈ ਕੇ ਨੌਕਰੀ ਲੈ ਗਿਆ। ਇਹ ਜਦੋਂ ਇੱਕ ਆਦਮੀ ਨਕਲੀ ਕੰਮ ਕਰਕੇ ਸਰਕਾਰ ਦਾ ਕੋਟਾ ਖਾਏਗਾ ਤਾਂ ਕਿਸੇ ਨਾ ਕਿਸੇ ਦੂਜੇ ਗਰੀਬ ਦਾ ਹੱਕ ਖਾਊਗਾ। ਜੇ ਤੁਸੀਂ ਹੱਕਦਾਰ ਹੋ ਤੇ ਮੈਂ ਠੱਗੀ ਮਾਰ ਲਈ ਤਾਂ ਤੁਹਾਡਾ ਹੱਕ ਮਰ ਗਿਆ ਨਾ। ਤੇ ਅਸੀਂ ਤਾਂ ਉਹ ਸਾਰਾ ਸਿਸਟਮ ਠੀਕ ਕਰ ਦਿਆਂਗੇ, ਕੋਈ ਕਿਸੇ ਦਾ ਹੱਕ ਨਹੀਂ ਖਾ ਸਕੇਗਾ। ਸਰ ਅਖੀਰਲਾ ਸਵਾਲ ਮੇਰਾ, ਮਾਨਸੂਨ ਸਤਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੀ ਕਿਸਾਨਾਂ ਦੇ ਵੱਲੋਂ ਆਪਣਾ ਜਿਹੜਾ ਸਤਰ ਚਲਾਇਆ ਜਾ ਰਿਹਾ ਹੈਗਾ, ਤੇ ਹੁਣ ਜਿਹੜੀ ਇਹ ਗੱਲ ਕਹੀ ਗਈ ਹੈ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਅੰਦਰ ਜਾ ਕੇ ਵਿਰੋਧ ਕਰਨ। ਪੰਜਾਬ ਤੋਂ ਬਹੁਤ ਜ਼ਿਆਦੀਆਂ ਜਿਹੜੀਆਂ ਪਾਰਟੀਆਂ ਨੇ ਲਗਾਤਾਰ ਵਿਰੋਧ ਕਰ ਰਹੀਆਂ ਨੇ, ਹੋਰ ਵੀ ਸਟੇਟਸ ਤੋਂ ਕਰ ਰਹੀਆਂ ਨੇ, ਕੀ ਕਹਿਣਾ ਚਾਹੋਗੇ?
ਕੀ ਕਿਸਾਨਾਂ ਨੂੰ ਕਿਸੇ ਤਰੀਕੇ ਦਾ ਕੋਈ ਮੈਸੇਜ ਦੇਣਾ ਚਾਹੋਗੇ ਕਿ ਲਗਾਤਾਰ 8 ਮਹੀਨੇ ਤਾਂ ਬੀਤ ਗਏ ਨੇ, ਜਿਸ ਤਰੀਕੇ ਤੁਸੀਂ ਵਾਰ-ਵਾਰ ਇਹੀ ਗੱਲ ਕਹੀ ਹੈ ਕਿ ਹਿੱਤ ਵਿੱਚ ਨੇ, ਹੁਣ ਕੀ ਕਹਿਣਾ ਚਾਹੋਗੇ? ਦੇਖੋ, ਆਪੋਜੀਸ਼ਨ ਇੱਕ ਸਮੇਂ ਆਉਂਦਾ ਹੈ ਜਦੋਂ ਕਿਸੇ ਵੀ ਸਰਕਾਰ ਦੀ, ਕਿਸੇ ਵੀ ਪ੍ਰਾਈਮ ਮਿਨਿਸਟਰ ਦੀ ਦੂਸਰੀ ਟਰਮ ਆਉਂਦੀ ਹੈ, ਸਕਸੈਸਫੁਲ ਟਰਮ ਆਉਂਦੀ ਹੈ, ਤੇ ਆਪੋਜੀਸ਼ਨ ਵਿੱਚ ਬਹੁਤ ਸਾਰੀ ਤਾਕਤਾਂ ਜਿਹੜੀਆਂ ਹੈ ਉਹ ਇਕੱਠੀਆਂ ਹੋ ਜਾਂਦੀਆਂ ਹੈ। ਉਹ ਸੋਚਦੇ ਆ ਵੀ ਯਾਰ ਇਹ ਹੁਣ ਇਹਦੇ ਖਿਲਾਫ ਕੁਝ ਕਰ ਨਹੀਂ ਸਕਦੇ, ਇਕੱਲੇ ਨੂੰ ਢਾਹ ਨਹੀਂ ਸਕਦੇ, ਚਲੋ ਇੱਕ ਵਾਰੀ ਇਕੱਠੇ ਹੋ ਕੇ ਵੇਖ ਲਓ। ਤੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਤੁਸੀਂ ਦੇਖਿਆ ਹੋਣਾ ਕਿੰਨੀ ਵਾਰੀ ਥਰਡ ਫਰੰਟ ਬਣਿਆ, ਕਿੰਨੀ ਵਾਰੀ ਇਕੱਠੇ ਹੋਏ, ਕਿੰਨੇ ਦਿਨ ਇਕੱਠੇ ਬੈਠੇ। ਕਈ ਵਾਰੀ ਤੇ ਇਹ ਹੋਇਆ 6 ਮਹੀਨੇ ਵੀ ਸਰਕਾਰ ਨਹੀਂ ਚਲਾ ਪਾਏ, 6 ਮਹੀਨੇ ਵੀ ਇਕੱਠੇ ਨਹੀਂ ਬੈਠ ਪਾਏ, ਦੂਜੇ ਤੀਜੇ ਮਹੀਨੇ ਹੀ ਬਾਹਰ ਆ ਜਾਂਦੀ ਸੀ ਕਹਾਣੀ ਵੀ ਇਹਨਾਂ ਦੇ ਤਾਂ ਜੂਤ ਲੱਗਣੇ ਆਪਣਾ ਚੱਲਣ ਲੱਗੇ ਆਪਸ ਵਿੱਚ, ਮਤਲਬ ਡਿਸਪਿਊਟ ਖੜੇ ਹੋ ਗਏ। ਦੇਖੋ, ਬੀਜੇਪੀ ਇੱਕ ਵਿਚਾਰ ਦੇ ਦਮ ਤੇ ਦੇਸ਼ ਦੀ ਸਰਕਾਰ ਚਲਾ ਰਹੀ ਹੈ। ਬੀਜੇਪੀ ਐਵੇਂ ਕੱਚੀ ਪੱਕੀ ਗੱਲਾਂ ਦੇ ਦਮ ਤੇ ਸਰਕਾਰ ਨਹੀਂ ਚਲਾ ਰਹੀ, ਔਰ ਲੀਡਰਸ਼ਿਪ ਬੀਜੇਪੀ ਦੀ ਬਹੁਤ ਮਜ਼ਬੂਤ ਹੈ। ਇਹ ਥੋੜੇ ਦਿਨ ਇਕੱਠੇ ਹੋ ਜਾਣਗੇ, ਫਿਰ ਬਿਖਰ ਜਾਣਗੇ, ਚੱਲਦਾ ਰਹੇਗਾ ਸਿਲਸਿਲਾ। ਔਰ ਪ੍ਰਧਾਨ ਮੰਤਰੀ ਆਪਣੀ ਮਜ਼ਬੂਤੀ ਨਾਲ, ਦੇਸ਼ ਨੇ ਮਜ਼ਬੂਤੀ ਦੇ ਰੱਖੀ ਉਹਨਾਂ ਨੂੰ, ਉਹ ਆਪਣਾ ਕੰਮ ਕਰਦੇ ਰਹਿਣਗੇ। ਸੋ ਅੱਜ ਅਸੀਂ ਤੁਹਾਡੀ ਗੱਲਬਾਤ ਕਰਵਾਈ ਸੀਐਮ ਹਰਿਆਣਾ ਮਨੋਹਰ ਲਾਲ ਖੱਟਰ ਜੀ ਦੇ ਪ੍ਰਿੰਸੀਪਲ ਮੀਡੀਆ ਐਡਵਾਈਜ਼ਰ ਸ਼੍ਰੀ ਵਿਨੋਦ ਮਹਿਤਾ ਜੀ ਦੇ ਨਾਲ, ਜਿਨ੍ਹਾਂ ਨੇ ਹਰ ਵਿਸ਼ੇ ਦੇ ਉੱਤੇ ਆਪਣੀ ਜਿਹੜੀ ਖੁੱਲ੍ਹ ਕੇ ਗੱਲ ਰੱਖੀ ਹੈ। ਤੇ ਸਾਫ਼ ਤੌਰ 'ਤੇ ਇਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਰਕਾਰ ਚਲਾ ਰਹੀ ਹੈ। 2024 ਦੀ ਜਦੋਂ ਇਲੈਕਸ਼ਨ ਆਉਣੀ ਹੈਗੀ ਹਰਿਆਣਾ ਦੇ ਵਿੱਚ, ਉਦੋਂ ਹਰਿਆਣਾ ਦੇ ਵਿੱਚ ਬੀਜੇਪੀ ਕਿਸ ਤਰੀਕੇ ਦੇ ਅੱਗੇ ਵੱਲ ਨੂੰ ਵੱਧਦੀ ਹੈ, ਜਾਂ ਕਿ ਜਿਸ ਤਰੀਕੇ ਦੇ ਨਾਲ ਹੁਣ ਵਿਰੋਧ ਚੱਲ ਰਿਹਾ ਹੈਗਾ, ਇਸ ਵਿਰੋਧ ਦੇ ਚੱਲਦੇ ਹੋਏ ਕਿਸ ਤਰੀਕੇ ਦੀ ਜਿਹੜੀ ਉਹਨਾਂ ਦੀ ਸਿਚੁਏਸ਼ਨ ਬਣਦੀ ਹੈ, ਇਹ ਦੇਖਣਾ ਹੋਵੇਗਾ। ਕੈਮਰਾਮੈਨ ਰਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ ਵਿਰਕ, ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ, ਚੰਡੀਗੜ੍ਹ।